बिस्मिल्लाहिर्रहमानिर्रहीम। अस्सलाम वालेकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक ऐसे बुजुर्ग 75 साला ਜਿਹੜਾ यूके ਦੇ ਵਿੱਚ ਰਹਿੰਦਾ, ਉਹ 12 ਘੰਟੇ ओल्ड एज होम ਦੇ ਵਿੱਚ ਰਹਿੰਦਾ ਤੇ 12 ਘੰਟੇ ਘਰ ਰਹਿੰਦਾ ਤੇ ਉਹਨੇ ਸਾਰੀ ਉਮਰ ਰਿਸ਼ਵਤ ਦੇ ਪੈਸੇ ਦੇ ਨਾਲ ਆਪਣੀ ਔਲਾਦ ਦੀ ਤਰਬੀਅਤ ਕੀਤੀ ਤੇ ਬੜੀ ਕੋਸ਼ਿਸ਼ ਕੀਤੀ ਬਚਪਨ ਦੇ ਵਿੱਚ यूके ਜਾਣ ਦੀ, ਲੇਕਿਨ ਉਹ यूके ਨਾ ਜਾ ਸਕਿਆ। ਜਦੋਂ ਬੱਚਾ ਜਵਾਨ ਹੋਇਆ ਫਿਰ ਉਹ यूके ਉਹਨੂੰ ਲੈ ਕੇ ਗਿਆ ਤੇ ਅੱਜ ਕੱਲ ਉਹ 12 ਘੰਟੇ ਘਰ ਰਹਿੰਦਾ ਤੇ 12 ਘੰਟੇ 올ਡ ਏਜ ਹੋਮ ਦੇ ਵਿੱਚ ਰਹਿੰਦਾ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਵਾਕਿਆ ਇਸ ਤਰ੍ਹਾਂ ਦਾ ਕਿ ਇੱਕ ਪਾਕਿਸਤਾਨੀ 75 ਸਾਲ ਦਾ 올ਡ ਏਜ ਹੋਮ ਦੇ ਵਿੱਚ ਜਿਹੜਾ ਅੱਜ ਕੱਲ ਰਹਿ ਰਿਹਾ यूके ਦੇ ਵਿੱਚ, ਉਹਦੀ ਤਫਸੀਲ ਇਸ ਤਰ੍ਹਾਂ ਕਿ ਇਹ ਸਨ 1978 ਦੇ ਵਿੱਚ ਜਿਸ ਵੇਲੇ ਇਹਨੇ ਤਾਲੀਮ ਮੁਕੰਮਲ ਕੀਤੀ ਤੇ ਇਹਨੇ ਬੜੀ ਕੋਸ਼ਿਸ਼ ਕੀਤੀ यूके ਜਾਣ ਦੀ, ਬੜੀ ਟਰਾਈ ਲਾਈ, ਮੁxtਲਫ ਕਿਸਮ ਦੇ ਤਰੀਕੇ ਇਸਤੇਮਾਲ ਕੀਤੇ, ਲੇਕਿਨ ਹੁੰਦਾ ਹੋਈ ਹੈ ਜੋ ਅੱਲਾ ਦੀ ਜ਼ਾਤ ਨੂੰ ਮਨਜ਼ੂਰ ਹੋਵੇ। ਇਹ ਬਾਹਰ यूके ਨਾ ਜਾ ਸਕਿਆ ਤੇ ਉਸ ਤੋਂ ਬਾਅਦ ਸਨ 1980 ਦੇ ਵਿੱਚ ਫਿਰ ਇਹਦੀ ਸ਼ਾਦੀ ਹੋ ਜਾਂਦੀ ਆ ਤੇ ਇੱਥੇ ਪਾਕਿਸਤਾਨ ਦੇ ਵਿੱਚ ਹੀ ਫਿਰ ਇਹਨੂੰ ਇੱਕ ਸਰਕਾਰੀ ਮੁਲਾਜ਼ਮਤ ਮਿਲ ਜਾਂਦੀ ਆ ਗਵਰਨਮੈਂਟ ਦੀ। ਇਹ ਬਤੌਰ ਕਲਰਕ ਭਰਤੀ ਹੋ ਜਾਂਦਾ। ਉਸ ਤੋਂ ਬਾਅਦ ਫਿਰ ਇਹ ਅੰਨੀ ਪਾਨ ਦਾ ਪੈਸਾ ਕਮਾਉਣ ਵਾਲੀ, ਫਿਰ ਨਹੀਂ ਵੇਖਦਾ ਕਿ ਇਹ ਹਲਾਲ ਆ ਜਾਂ ਹਰਾਮ ਆ। ਇਹਦੇ ਦਿਲ ਦੇ ਵਿੱਚ ਬੜੀਆਂ ਖਾਹਿਸ਼ਾਂ ਹੁੰਦੀਆਂ ਕਿ ਮੇਰੀ ਕੋਠੀ ਹੋਵੇ, ਬੰਗਲਾ ਹੋਵੇ, ਮੇਰੇ ਕੋਲ ਪੈਸਾ ਹੋਵੇ। ਤੇ ਬਸ ਇਹ ਫਿਰ ਕਲਰਕ ਜਿਸ ਵੇਲੇ ਭਰਤੀ ਹੋਇਆ ਨਾ ਤੇ ਇਹਨੇ ਨਾ ਚੰਗੀ ਰਿਸ਼ਵਤ ਲਈ ਤੇ ਪੈਸਾ ਚੰਗਾ ਕਮਾਇਆ ਤੇ ਪਾਕਿਸਤਾਨ ਦੇ ਵਿੱਚ ਵੀ ਫਿਰ ਇਹਨੇ ਚੰਗੀ ਕੋਠੀ ਛੋਟੀ ਬਣਾਈ, ਕੋਈ ਗੱਡੀ ਛੱਡੀ ਰੱਖੀ। ਇੱਕ ਕਲਰਕ ਹੋਣ ਦੇ ਨਾਤੇ, ਹਾਲਾਂਕਿ ਕਲਰਕ ਅਗਰ ਸਹੀ ਤਰੀਕੇ ਨਾਲ ਹੱਕ ਹਲਾਲ ਦੀ ਕਮਾਈ ਨੇ ਘਰ ਚਲਾਵੇ ਤੇ ਉਹਦਾ ਘਰ ਹੀ ਮਸੀਹ ਚੱਲਦਾ, ਲੇਕਿਨ ਇਹਨੇ ਰਿਸ਼ਵਤ ਲੈ ਕੇ ਅੰਨੀ ਪਾਤੀ ਤੇ ਚੰਗਾ ਮਾਲ ਪਾਣੀ ਕਮਾਇਆ, ਲੇਕਿਨ यूके ਤਾਂ ਨਾ ਜਾ ਸਕਿਆ। ਫਿਰ ਇਹਦਾ ਬੱਚਾ ਪੈਦਾ ਹੋਇਆ ਜਿਸ ਵੇਲੇ ਇਹਨੇ 1980 ਦੇ ਵਿੱਚ ਸ਼ਾਦੀ ਕੀਤੀ। ਉਸ ਤੋਂ ਬਾਅਦ ਫਿਰ ਇੱਕ ਇਹਦੇ ਬੱਚਾ ਪੈਦਾ ਹੋਇਆ, ਬੇਟਾ। ਫਿਰ ਇਹਨੇ ਉਹਦੀ ਤਾਲੀਮ ਤਰਬੀਅਤ ਦੇ ਉੱਤੇ ਤਵੱਜੋ ਦੇਣੀ ਸ਼ੁਰੂ ਕਰਤੀ ਕਿ ਹੁਣ ਮੈਂ ਬੱਚੇ ਨੂੰ ਪੜ੍ਹਾਵਾਂ, ਕਿਉਂਕਿ ਮੈਂ ਤਾਂ यूके ਨਾ ਜਾ ਸਕਿਆ ਤੇ ਉਹ ਮੈਂ ਬੱਚੇ ਨੂੰ ਪੜ੍ਹਾ ਕੇ ਇਹਨੂੰ ਭੇਜਾਂਗਾ यूके। ਇਹ ਚੰਗੀ ਮਿਹਨਤ ਕਰਦਾ, ਬੱਚੇ ਨੂੰ ਪੜ੍ਹਾਉਂਦਾ, ਅੱਛੇ ਸਕੂਲ ਦੇ ਵਿੱਚ ਉਹਨੂੰ ਤਾਲੀਮ ਦਿਲਾਉਂਦਾ। ਉਸ ਤੋਂ ਬਾਅਦ ਜਦੋਂ 15 ਸਾਲ ਦਾ ਹੁੰਦਾ ਨਾ, ਉਹਨੂੰ ਕਹਿੰਦਾ ਬੇਟਾ ਤੂੰ ਹੁਣ ਨਾ ਇੰਜੀਨੀਅਰਿੰਗ ਵਗੈਰਾ ਕਰ ਲਾ, ਅੱਛੀ ਪੜ੍ਹਾਈ ਹਾਸਲ ਕਰ ਲਾ, ਬਾਹਰ ਜਾ ਕੇ ਕੋਈ ਤੈਨੂੰ ਅੱਛੀ ਨੌਕਰੀ ਫਿਰ यूके ਦੇ ਵਿੱਚ ਮਿਲੇਗੀ, ਤੂੰ ਅਪਲਾਈ ਕਰੀ ਜਿਸ ਵੇਲੇ। ਤੇ ਬੱਚੇ ਨੇ ਸਮਝਿਆ ਠੀਕ ਆ, ਵਾਲਦ ਸਾਹਿਬ ਨੂੰ ਕਿਹਾ ਕਿ ਪਾਪਾ ਮੈਂ ਪੜ੍ਹਦਾ। ਉਹ ਬੱਚਾ ਦਿਲ ਲਗਾ ਕੇ ਖੈਰ ਪੜ੍ਹਨ ਲੱਗ ਪਿਆ, ਉਹਨੇ ਚੰਗੀ ਪੜ੍ਹਾਈ ਕੀਤੀ। ਜਦੋਂ 20-22 ਸਾਲ ਦੀ ਉਮਰ ਦਾ ਹੋਇਆ ਇਹਨੇ ਅਪਲਾਈ ਕੀਤਾ यूके ਵਾਸਤੇ ਤੇ ਉੱਥੇ यूके ਸਟੱਡੀ ਵੀਜ਼ੇ ਤੇ ਚਲਾ ਗਿਆ। ਉੱਥੇ ਜਾ ਕੇ ਫਿਰ ਨਾਲ ਨਾਲ ਕੰਮ ਵੀ ਕਰਦਾ ਰਿਹਾ, ਸੈਟਲ ਹੋ ਗਿਆ। ਫਿਰ ਉੱਥੇ यूके ਹੀ ਇਹਨੇ ਸ਼ਾਦੀ ਕਰਾ ਲਈ। ਬੱਚੇ ਨੇ ਸ਼ਾਦੀ ਜਿਸ ਵੇਲੇ ਕਰਾ ਲਈ, ਉੱਥੇ ਪਾਕਿਸਤਾਨੀ ਜਿਹੜੀ ਸੀ ਨਾ ਨੈਸ਼ਨੈਲਿਟੀ ਵੀ ਰੱਖਦੀ ਸੀ ਲੜਕੀ, ਲੇਕਿਨ ਉਹਦੇ ਕੋਲ ਉੱਥੇ ਦੀ ਸ਼ਹਿਰੀਅਤ ਵੀ ਸੀ ਕਿਉਂਕਿ ਉੱਥੇ ਜੰਮੀ ਪਲੀ ਸੀ। ਤੇ ਉਹ ਜਿਸ ਵੇਲੇ ਸ਼ਾਦੀ ਕਰਾ ਲਈ ਤੇ ਉਸ ਤੋਂ ਬਾਅਦ ਉਹ ਬੇਟਾ ਜਿਹੜਾ ਨਾ ਆਪਣੀ ਬੀਵੀ ਨੂੰ ਪਾਕਿਸਤਾਨ ਲੈ ਕੇ ਆਂਦਾ ਘੁਮਾਣ ਫਰਾਣ ਵਾਸਤੇ। 2-3 ਮਹੀਨੇ ਪਾਕਿਸਤਾਨ ਰਹਿ ਕੇ ਆਉਂਦੇ ਆ। ਉਹ ਪਾਕਿਸਤਾਨ ਆ ਗਏ ਰਹਿਣ ਵਾਸਤੇ। ਬਸ ਫਿਰ 5-6 ਦਿਨ ਹੀ ਗੁਜ਼ਰੇ ਸੀ ਕਿ ਉਹਦੀ ਬੀਵੀ ਕਹਿੰਦੀ ਚਲੀਏ ਮੇਰਾ ਇੱਥੇ ਦਿਲ ਨਹੀਂ ਲੱਗਦਾ। ਉਹਦੇ ਸਹੁਰੇ ਦੇ ਨਾਲ ਉਹਦੀ ਨਾ ਬਣੀ ਤੇ ਉਹ ਲੜਕੀ ਜਿਹੜੀ ਆ ਆਪਣੇ ਸ਼ੋਹਰ ਨੂੰ, ਖਾਮਦ ਨੂੰ ਲੈ ਕੇ 6ਵੇਂ ਦਿਨ ਬਾਹਰ ਚਲੇ ਗਈ। ਹਾਲਾਂਕਿ ਬੇਟੇ ਔਰ ਵਾਲਦ ਦੇ ਦਰਮਿਆਨ ਕੋਈ ਇਖਤਲਾਫਾਤ ਪੈਦਾ ਨਹੀਂ ਹੋਏ ਹੈਗੇ, ਲੇਕਿਨ ਉਹ ਔਰਤ ਜਿਹੜੀ ਸੀ, ਬਹੂ ਸੀ, ਉਹਦੀ ਸਹੁਰੇ ਦੀ ਨੌ ਸੀ, ਉਹ ਲੈ ਕੇ ਤੇ ਉਹਦੇ ਬੇਟੇ ਨੂੰ ਵੀ ਚਲੇ ਗਈ। ਬੇਟਾ ਉੱਥੇ ਜਾ ਕੇ ਬਾਹਰ ਪਹੁੰਚਦਾ ਤੇ ਪਿੱਛੋਂ ਵਾਲਦ ਸਾਹਿਬ ਕਹਿੰਦੇ ਨੇ ਬੇਟਾ ਸਾਡੇ ਵਾਸਤੇ ਵੀ ਕਾਗਜ਼ ਜਿਹੜੇ ਨੇ यूके ਵਾਸਤੇ ਅਪਲਾਈ ਕਰਾਓ ਤਾਂ ਕਿ ਸਾਨੂੰ ਵੀ ਉੱਥੇ ਦੀ ਨੈਸ਼ਨੈਲਿਟੀ ਮਿਲ ਜਾਏ, ਅਸੀਂ ਵੀ ਉੱਥੇ ਹੀ ਆ ਕੇ ਸੈਟਲ ਹੋ ਜਾਏ, ਜਿਹੜਾ ਮੇਰਾ ਜਵਾਨੀ ਦਾ ਖਾਬ ਸੀ ਉਹ ਪੂਰਾ ਹੋ ਸਕੇ। ਬੇਟੇ ਨੇ ਜਾ ਕੇ ਉੱਥੇ ਕਾਗਜ਼ ਅਪਲਾਈ ਕੀਤੇ। ਕੁਝ ਟਾਈਮ ਬਾਅਦ ਉਹਨਾਂ ਦੇ ਕਾਗਜ਼ ਜਿਹੜੇ ਨੇ ਅਪਰੂਵਡ ਹੋ ਗਏ, ਉਹਨਾਂ ਨੂੰ ਵੀਜ਼ੇ ਜਾਰੀ ਹੋ ਗਏ। ਜਿਸ ਵੇਲੇ ਵੀਜ਼ੇ ਜਾਰੀ ਹੋਏ, ਉਧਰੋਂ ਇਸ ਬੇਟੇ ਦੀ ਜਿਹੜੀ ਮਾਂ ਸੀ ਨਾ ਉਹ ਫੌਤ ਹੋ ਜਾਂਦੀ ਆ। ਇਹ ਹੁਣ ਜਿਹੜਾ ਪਾਕਿਸਤਾਨੀ 75 ਸਾਲਾ ਬਾਬਾ ਸੀ, ਇਹ ਹੁਣ 40ਵਾਂ ਕਰਵਾ ਕੇ ਆਪਣੀ ਬੀਵੀ ਦਾ ਫਿਰ ਕਹਿੰਦਾ ਕਿ ਮੈਂ यूके ਆਵਾਂਗਾ। ਤੁਸੀਂ ਦੇਖ ਲਓ ਫਿਰ ਇਹ ਸਨ 1990 ਦੇ ਵਿੱਚ ਇਹ ਲੜਕਾ ਜਿਹੜਾ ਸੀ ਉਧਰ ਚਲਾ ਗਿਆ ਸੀ
ਤੇ ਫਿਰ ਇਹਨੇ ਵੀਜ਼ਾ ਅਪਲਾਈ ਕੀਤਾ। ਅੰਮੀ ਇਹਨਾਂ ਦੀ ਫੌਤ ਹੋ ਗਈ। ਫਿਰ ਉਹ ਵਾਲਦ ਨੂੰ ਲੈ ਕੇ ਯੂਕੇ ਚਲਾ ਗਿਆ। ਉਸ ਤੋਂ ਬਾਅਦ ਵਾਲਦ ਉੱਥੇ ਰਹਿਣ ਲੱਗ ਪਿਆ ਤੇ ਉਹ ਜਿਹੜੀ ਉੱਥੇ ਦੀ ਨੌਂ ਸੀ ਨਾ, ਸ਼ਹਿਰੀਅਤ ਰੱਖਦੀ ਸੀ ਯੂਕੇ ਦੀ, ਉਹਦੇ ਨਾਲ ਉਹਦੀ ਬਣੀ ਨਾ। ਆਖਰਕਾਰ ਤੰਗ ਆ ਕੇ ਉਹਦੀ ਬੀਵੀ ਜਿਹੜੀ ਹੈ ਨਾ ਕਹਿਣ ਲੱਗੀ ਆਪਣੇ ਸ਼ੌਹਰ ਨੂੰ ਕਿ ਇਹ ਜਿਹੜਾ ਤੇਰਾ ਵਾਲਦ ਆ ਨਾ, ਇਹ 24 ਘੰਟੇ ਮੇਰੇ ਤੇ ਨਜ਼ਰ ਰੱਖਦਾ, ਇਹਦੀ ਨਜ਼ਰ ਸਹੀ ਨਹੀਂ ਹੈਗੀ, ਮੈਂ ਇਹਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੀ। ਉਹਨੇ ਬੜਾ ਸਮਝਾਇਆ ਕਿ ਇਹ ਮੇਰਾ ਵਾਲਦ ਆ ਤੇ ਤੇਰਾ ਵੀ ਵਾਲਦ ਆ ਤੇ ਇਹਦੀ ਖਿਦਮਤ ਕਰਨੀ ਸਾਡੀ ਜ਼ਿੰਮੇਵਾਰੀ ਬਣਦੀ ਆ। ਤੇ ਲੇਕਿਨ ਉਹ ਲੜਕੀ ਨੇ ਨਾ ਕਿਸੇ ਸਾਈਡ ਤੇ ਨਾ ਆਣ ਦਿੱਤਾ। ਆਖਰਕਾਰ ਉਹ ਮਜਬੂਰ ਹੋ ਗਿਆ ਬੀਵੀ ਦੀ ਤਰਫੋਂ ਕਿ ਵਾਲਦ ਨੂੰ ਉਹਨੇ ਨਾ ਇਸ ਤਰ੍ਹਾਂ ਕੀਤਾ ਕਿ 12 ਘੰਟੇ ਉਹ ਘਰ ਦੇ ਵਿੱਚ ਰੱਖਦਾ ਸੀ। ਜਦੋਂ ਸਵੇਰ ਡਿਊਟੀ ਤੇ ਜਾਂਦਾ ਸੀ ਉਦੋਂ ਲੈ ਜਾਂਦਾ ਸੀ 올ਡ ਏਜ ਹੋਮ ਦੇ ਵਿੱਚ ਛੱਡ ਦਿੰਦਾ ਸੀ ਤੇ ਜਦੋਂ ਫਿਰ ਡਿਊਟੀ ਖਤਮ ਹੁੰਦੀ ਸੀ ਵਾਪਸ ਲੈ ਆਉਂਦਾ ਸੀ ਉਹਨੂੰ ਲਿਆ ਕੇ ਤੇ ਘਰ ਫਿਰ ਰਾਤ ਰਹਿੰਦੇ ਸੀ। ਉਹਨੇ ਬੀਵੀ ਨੇ ਸ਼ਰਤ ਰੱਖੀ ਸੀ ਕਿ ਜਿੰਨੀ ਦੇਰ ਤੂੰ ਘਰ ਰਹਿਣਾ ਇਹ ਬਾਬਾ ਘਰ ਰਵੇਗਾ। ਉਹ ਫਿਰ ਬਾਬਾ ਬਣ ਜਾਂਦਾ ਨਾ ਬੰਦਾ, ਪਹਿਲਾਂ ਤਾਂ ਵਾਲਦ ਹੁੰਦਾ ਫਿਰ ਉਹ ਬਾਬਾ ਹੀ ਕਹਿਣ ਲੱਗ ਪਾਉਂਦੇ ਨੇ ਸਾਰੇ ਹੀ। ਤੇ ਉਹਨੇ ਕਿਹਾ ਬਾਬਾ ਉਨੀ ਦੇਰ ਘਰ ਰਹਿ ਸਕਦਾ ਜਿੰਨੀ ਦੇਰ ਤੂੰ ਆ। ਉਹ ਵਿਚਾਰਾ ਲੜਕਾ ਜਿਹੜਾ ਸੀ ਉਹ ਮਜਬੂਰ ਹੋ ਗਿਆ। ਉਹਦਾ ਚੂੰਕਿ ਵਾਲਦ ਸੀ, ਉਧਰ ਬੀਵੀ ਸੀ, ਨਾ ਉਹ ਬੀਵੀ ਨੂੰ ਛੱਡ ਸਕਦਾ ਸੀ ਨਾ ਵਾਲਦ ਨੂੰ ਛੱਡ ਸਕਦਾ ਸੀ। ਉਹ ਵਿਚਾਰਾ ਜਦੋਂ ਸਵੇਰ ਦੇ ਟਾਈਮ ਡਿਊਟੀ ਤੇ ਜਾਂਦਾ ਸੀ ਤੇ ਆਪਣੇ ਵਾਲਦ ਨੂੰ ਨਾਲ ਲੈ ਜਾਂਦਾ ਸੀ, 올ਡ ਏਜ ਹੋਮ ਦੇ ਵਿੱਚ ਛੱਡ ਦਿੰਦਾ ਸੀ। ਫਿਰ ਜਦੋਂ ਸ਼ਾਮ ਨੂੰ ਡਿਊਟੀ ਤੋਂ ਵਾਪਸ ਆਉਂਦਾ ਸੀ ਉਸ ਆਪਣੇ ਵਾਲਦ ਨੂੰ ਲੈ ਕੇ ਤੇ ਘਰ ਆ ਜਾਂਦਾ ਸੀ ਤੇ ਰਾਤ ਸਿਰਫ ਗੁਜ਼ਾਰਦਾ ਸੀ। ਉਹਦਾ ਵਾਲਦ ਉਹ ਆਪਣੇ ਵਾਲਦ ਕੋ ਬਹਿੰਦਾ ਉੱਠਦਾ ਸੀ। ਲੇਕਿਨ ਜਿਹੜੀ ਬੀਵੀ ਸੀ ਨਾ ਉਹ ਬਿਲਕੁਲ ਇਸ ਗੱਲ ਨੂੰ ਪਸੰਦ ਨਹੀਂ ਸੀ ਕਰਦੀ ਕਿ ਇਹ ਜਿਹੜਾ ਬੁੜਾ ਇੱਥੇ ਰਵੇ। ਕਿ ਹਾਲਾਂਕਿ ਉਹਦਾ ਵੀ ਬੇਟੀ ਦਾ ਵੀ ਉਹ ਵਾਲਦ ਸੀ ਲੇਕਿਨ ਜੇ ਉਹ ਸਮਝਦੀ, ਲੇਕਿਨ ਬੇਟੀ ਨੇ ਆਪਣੀ ਜ਼ਿੱਦ ਜਿਹੜੀ ਆ ਪੁਗਾਈ ਤੇ ਬਾਬੇ ਨੂੰ ਸਿਰਫ 12 ਘੰਟੇ ਘਰ ਤੇ 12 ਘੰਟੇ 올ਡ ਏਜ ਹੋਮ ਰਹਿਣਾ ਪਿਆ। ਤੇ ਇਸ ਤਰ੍ਹਾਂ ਦੇ ਵਾਕਿਆਤ ਬੜੇ ਨੇ ਕਿ ਜਿਹੜਾ ਬੰਦਾ ਆਪਣੀ ਔਲਾਦ ਵਾਸਤੇ ਬੜਾ ਕੁਝ ਕਰਦਾ, ਕਮਾਉਂਦਾ, ਹਰਾਮ ਦੀ ਕਮਾਈ ਲਿਆਂਦਾ, ਰਿਸ਼ਵਤ ਲੈਂਦਾ, ਲੇਕਿਨ ਫਿਰ ਅੰਜਾਮ ਉਹਦਾ ਐਂਡ ਇਹੀ ਹੁੰਦਾ ਕਿ ਔਲਾਦ ਜਿਹੜੀ ਆ ਆਪਣੀ ਜਿਹੜੀ ਆ ਉਹ ਵੀ ਨਹੀਂ ਸਮਝਦੀ ਕੁਝ ਵੀ। ਤੇ ਜਿਨ੍ਹਾਂ ਵਾਸਤੇ ਸਾਰੀ ਉਮਰ ਬੰਦਾ ਕੁਝ ਕਰਦਾ ਤੇ ਉਹ ਔਲਾਦ ਫਿਰ ਬੁਢਾਪੇ ਜਾ ਕੇ ਇਸ ਤਰ੍ਹਾਂ ਕਰੇ ਤੇ ਫਿਰ ਤਕਲੀਫ ਤਾਂ ਹੁੰਦੀ ਆ ਨਾ। ਤੇ ਇਸ ਤਰ੍ਹਾਂ ਇਹ ਬਾਬੇ ਦੀ ਸਟੋਰੀ ਸੀ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਨ ਚ ਰੱਖੇ। अस्सलामु अलैकुम व रहमतुल्लाहि व बरकातुहू।